हाँ जी बेटा, चैप्टर नंबर 7 टैस्ट मेजरमेंट एंड एवोल्यूशन। ਇਹਦਾ ਸਭ ਤੋਂ ਪਹਿਲਾਂ ਬੇਟਾ ਆ ਗਿਆ ਜੀ ਇੰਟਰੋਡਕਸ਼ਨ। ਗੇਮਸ ਐਂਡ ਸਪੋਰਟਸ ਵਿੱਚ ਟੈਸਟ ਐਂਡ ਮੇਜਰਮੈਂਟ ਬਹੁਤ ਇੰਪੋਰਟੈਂਟ ਹੁੰਦੇ ਹਨ। ਟੈਸਟਿੰਗ ਐਂਡ ਮੇਜਰਮੈਂਟ ਉਹ ਇਨਫੋਰਮੇਸ਼ਨ ਕਲੈਕਟ ਕਰਨ ਦਾ ਵੇ ਹੈ ਜਿਸ ਦੇ ਬਾਅਦ ਪਰਫਾਰਮੈਂਸ ਦੇ ਐਵੋਲਿਊਸ਼ਨ ਐਂਡ ਡਿਸੀਜਨ ਲਏ ਜਾਂਦੇ ਹਨ। ਉਹ ਐਥਲੀਟ ਦੀ ਫਿਟਨੈਸ ਅਤੇ ਪਰਫਾਰਮੈਂਸ ਐਂਡ ਪ੍ਰੋਗਰੈਸ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਨ। ਸਮੇਂ ਸਮੇਂ 'ਤੇ ਟੈਸਟ ਐਂਡ ਮੇਜਰਮੈਂਟ ਬਾਰੇ ਜਾਣਨਾ ਜ਼ਰੂਰੀ ਹੈ। ਟੈਸਟ ਮੇਜਰਮੈਂਟ ਦੇ ਬੇਸਿਸ 'ਤੇ ਵਿਅਕਤੀ ਦੀ ਚੋਣ ਕੀਤੀ ਜਾਂਦੀ ਹੈ। ਟ੍ਰੇਨਿੰਗ ਪ੍ਰੋਗਰਾਮ ਡਿਜ਼ਾਈਨ ਕੀਤੇ ਜਾਂਦੇ ਹਨ। ਟੈਸਟ ਦੇ ਰਿਜ਼ਲਟ ਦੀ ਵਰਤੋਂ ਫਿਊਚਰ ਪ੍ਰੈਡਿਕਟ ਕਰਨ, ਪਰਫਾਰਮੈਂਸ ਬਾਰੇ ਜਾਣਨ, ਇੰਡੀਕੇਟ ਵੀਕਨੈਸ, ਮੇਜਰ ਇੰਪਰੂਵਮੈਂਟ ਕਰਨ ਲਈ ਵਰਤੇ ਜਾਂਦੇ ਹਨ। ਕੋਚਿਸ ਨੂੰ ਆਪਣੇ ਟ੍ਰੇਨਿੰਗ ਪ੍ਰੋਗਰਾਮ ਨੂੰ ਸਕਸੈਸਫੁਲ ਅਸੈਸ ਕਰਨ ਦੇ ਯੋਗ ਬਣਾਉਣਾ, ਐਥਲੀਟ ਨੂੰ ਉਚਿਤ ਟ੍ਰੇਨਿੰਗ ਗਰੁੱਪ ਵਿੱਚ ਰੱਖਣਾ ਅਤੇ ਐਥਲੀਟ ਨੂੰ ਮੋਟੀਵੇਟ ਕਰਨ ਲਈ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਬੇਟਾ 7.1 ਹੈਗਾ ਡਿਫਾਈਨ ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ। ਪਹਿਲਾਂ ਹੈਗਾ ਜੀ ਟੈਸਟ। ਗੇਮ ਐਂਡ ਸਪੋਰਟਸ ਦੇ ਫੀਲਡ ਵਿੱਚ ਟੈਸਟਿੰਗ ਇੱਕ ਇੰਪੋਰਟੈਂਟ ਐਲੀਮੈਂਟ ਹੈ। ਨੀਡਸ ਐਂਡ ਕਪੈਸਿਟੀ ਨੂੰ ਅਸੈਸ ਕਰਨ ਦੀ ਕੋਸ਼ਿਸ਼ ਹੈ। ਐਥਲੀਟ ਔਰ ਪਲੇਅਰ ਪਰਫਾਰਮੈਂਸ ਨੂੰ ਇੰਪਰੂਵ ਕਰਨ ਦੇ ਮੱਦੇਨਜ਼ਰ ਟੈਸਟ ਦੀ ਹੈਲਪ ਨਾਲ ਟੀਚਿੰਗ ਡਿਟਰਮਾਈਨਡ ਪ੍ਰੋਗਰੈਸ ਜਾਣਿਆ ਜਾ ਸਕਦਾ ਹੈ। ਇਹਦੇ ਵਿੱਚ ਬੇਟਾ ਕੀ ਆ, ਟੈਸਟ ਐਂਡ ਮੇਜਰਮੈਂਟ ਵਿੱਚ ਤਾਂ ਸਭ ਤੋਂ ਬੇਸਿਕ ਆ, ਆਪਾਂ ਜਿਹੜੀ ਆਪਣੀ ਗੇਮ ਆ ਆਪਾਂ ਪਰਫਾਰਮ ਕਰਦੇ ਹਾਂ ਉਹਨੂੰ ਆਪਾਂ ਮੇਜਰ ਕਰਨਾ ਵਾ, ਮਾਪਣਾ ਵਾ ਵੀ ਕਿਵੇਂ ਆ, ਅਤੇ ਆਪਾਂ ਉਹਨੂੰ ਟੈਸਟ ਕਰਨਾ ਵਾ ਵੀ ਆਪਾਂ ਇਹਨੂੰ ਕਿਵੇਂ ਵਧਾ ਸਕਦੇ ਹਾਂ, ਆਪਾਂ ਕਿਵੇਂ ਇੰਪਰੂਵ ਕਰ ਸਕਦੇ ਹਾਂ, ਉਹ ਹੈਗਾ ਇਸ ਦੇ ਵਿੱਚ। ਠੀਕ ਹੈ ਬੇਟਾ। ਐਥਲੀਟ ਔਰ ਪਲੇਅਰ ਦੀਆਂ ਪ੍ਰੈਜੈਂਟ ਐਬਿਲਿਟੀਜ਼ ਦਾ ਪਤਾ ਹੋਣਾ ਚਾਹੀਦਾ ਹੈ। ਇੱਕ ਟੈਸਟ ਵੈਲਿਡ ਹੋਣਾ ਚਾਹੀਦਾ ਹੈ, ਭਾਵ ਇਹ ਰਿਲਾਇਬਲ ਹੋਣਾ ਚਾਹੀਦਾ ਹੈ। ਅਕੋਰਡਿੰਗ ਟੂ ਵੈਬਸਟਰ ਡਿਕਸ਼ਨਰੀ, ਇੱਕ ਟੈਸਟ ਇੱਕ ਇੰਡੀਵਿਜੂਅਲ ਔਰ ਗਰੁੱਪ ਦੇ ਸਕਿੱਲਸ, ਨੌਲੇਜ, ਕਪੈਸਿਟੀ ਔਰ ਐਟੀਟਿਊਡ ਦਾ ਐਵੋਲਿਊਟ ਕਰਨ ਦਾ ਟੂਲ ਹੈ। ਅਕੋਰਡਿੰਗ ਟੂ ਦਾ HM ਬੈਰੋ ਐਂਡ ਮੈਕਜੀ, ਟੈਸਟ ਕਿਸੇ ਖਾਸ ਇੰਸਟਰੂਮੈਂਟ, ਪ੍ਰੋਸੀਜਰ ਔਰ ਟੈਕਨੀਕ ਦਾ ਹਵਾਲਾ ਦਿੰਦਾ ਹੈ। ਜੇ ਕਿਸੇ ਐਡਮਿਨਿਸਟ੍ਰੇਟਰ ਦੁਆਰਾ ਟੈਸਟ ਲੈਣ ਵਾਲੇ ਜਵਾਬ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ। ਇਸ ਤਰ੍ਹਾਂ ਟੈਸਟ ਇੱਕ ਟੂਲ ਹੁੰਦਾ ਹੈ ਜਿਸ ਦੀ ਵਰਤੋਂ ਪਲੇਅਰ ਦੁਆਰਾ ਪੂਰੇ ਕੀਤੇ ਟਾਸਕ ਦੀ ਸਕਿੱਲਸ, ਪਰਫਾਰਮੈਂਸ, ਰਿਲਾਇਬਿਲਿਟੀ ਨੂੰ ਐਲੀਵੇਟ ਕਰਨ ਲਈ ਕੀਤੀ ਜਾਂਦੀ ਹੈ। ਮੇਜਰਮੈਂਟ ਕਿਸੇ ਐਥਲੀਟ ਔਰ ਪਲੇਅਰ ਦੀ ਖਾਸ ਸਕਿੱਲ ਔਰ ਫਿਟਨੈਸ ਲੈਵਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੈਸਟ ਐਂਡ ਟੈਕਨੀਕ ਦੀ ਵਰਤੋਂ ਹੁੰਦੀ ਹੈ। ਅਦਰ ਵਰਡਸ 'ਚ ਆਪਾਂ ਕਹਿ ਸਕਦੇ ਹਾਂ ਮੇਜਰਮੈਂਟ ਕਈ ਤਰ੍ਹਾਂ ਦੇ ਟੈਸਟ ਦੀ ਹੈਲਪ ਨਾਲ ਇੱਕ ਪ੍ਰੋਸੈਸ ਹੈ ਜਿਸ ਦੁਆਰਾ ਐਥਲੀਟ ਔਰ ਪਲੇਅਰ ਦੀ ਫਿਟਨੈਸ ਦਾ ਲੈਵਲ, ਨੌਲੇਜ, ਐਬਿਲਿਟੀ, ਬਿਹੇਵੀਅਰ, ਇੰਟਰਸਟ ਐਂਡ ਪਰਸਨੈਲਿਟੀ ਟ੍ਰੇਟ ਐਕਸੈਟਰਾ ਨੂੰ ਮੇਜਰ ਕੀਤਾ ਜਾ ਸਕਦਾ ਹੈ। ਮੇਜਰਮੈਂਟ ਆਮ ਤੌਰ 'ਤੇ ਕੁਆਂਟੀਟਿਵ ਡਾਟਾ ਦਾ ਰਿਜ਼ਲਟ ਹੁੰਦਾ ਹੈ। ਅਕੋਰਡਿੰਗ ਟੂ HM ਬੈਰੋ, ਮੇਜਰਮੈਂਟ ਦਾ ਅਰਥ ਕੁਆਂਟੀਟਿਵ ਡਾਟਾ ਪ੍ਰਾਪਤ ਕਰਨ ਲਈ ਕਿਸੇ ਟੈਸਟ ਐਡਮਿਨਿਸਟ੍ਰੇਟਿੰਗ ਦਾ ਪ੍ਰੋਸੈਸ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੇਜਰਮੈਂਟ ਕਿਸੇ ਪਰਫਾਰਮੈਂਸ ਦੁਆਰਾ ਇੱਕ ਰਿਜ਼ਲਟ ਦੀ ਵਰਤੋਂ ਕਰਕੇ ਪਰਫਾਰਮੈਂਸ ਔਰ ਟਾਸਕ ਨੂੰ ਪੂਰਾ ਕਰਨ ਬਾਰੇ ਡਾਟਾ ਇਕੱਠਾ ਕਰਨ ਬਾਰੇ ਹੈ। ਉਸ ਤੋਂ ਅੱਗੇ ਆ ਗਿਆ ਜੀ ਐਵੋਲਿਊਸ਼ਨ ਕਿਸੇ ਚੀਜ਼ ਦੀ ਵਰਥ ਔਰ ਫਿਟਨੈਸ ਨਿਰਧਾਰਤ ਕਰਨ ਲਈ ਅਪਰੇਜ਼ਲ ਐਂਡ ਐਗਜ਼ਾਮੀਨੇਸ਼ਨ ਹੁੰਦਾ ਹੈ। ਫੋਰ ਐਗਜ਼ਾਮਪਲ, ਐਕਸਰਸਾਈਜ਼ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਡੀਕਲ ਐਵੋਲਿਊਸ਼ਨ ਕਰੋ। ਇਹ ਮੇਕ ਸ਼ੋਰ ਕਰੋ ਕਿ ਤੁਸੀਂ ਐਕਟੀਵਿਟੀ ਹੈਂਡਲ ਕਰਨ ਯੋਗ ਹੋ। ਅਕੋਰਡਿੰਗ ਟੂ ਟਕਮੈਨ, ਐਵੋਲਿਊਸ਼ਨ ਇੱਕ ਪ੍ਰੋਸੈਸ ਹੈ ਜਿਸ ਵਿੱਚ ਪ੍ਰੋਗਰਾਮ ਦੇ ਹਿੱਸੇ, ਪ੍ਰੋਗਰਾਮ ਔਰ ਰਿਜ਼ਲਟ ਦੀ ਜਾਂਚ ਕੀਤੀ ਜਾਂਦੀ ਹੈ ਕਿ ਉਹ ਤਸੱਲੀਬਖਸ਼ ਹਨ ਜਾਂ ਨਹੀਂ। ਖਾਸ ਕਰਕੇ ਦੱਸੇ ਪ੍ਰੋਗਰਾਮ ਦੇ ਸੰਦਰਭ ਵਿੱਚ ਸਾਡੀ ਆਪਣੀ ਐਕਸਪੈਕਟੇਸ਼ਨਸ ਔਰ ਸਾਡੇ ਆਪਣੇ ਐਕਸੀਲੈਂਸ ਦੇ ਮਾਪਦੰਡ ਕੀ ਹਨ।
ਨੈਕਸਟ ਹੈਗਾ ਬੇਟਾ 7.2 ਇੰਪੋਰਟੈਂਸ ਆਫ ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ। ਸਾਰੇ ਟ੍ਰੇਨਿੰਗ ਪ੍ਰੋਗਰਾਮ ਐਂਡ ਸਪੋਰਟਸ ਦੀਆਂ ਹੋਰ ਐਕਟੀਵਿਟੀਜ਼ ਲਈ ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਇੱਕ ਇੰਪੋਰਟੈਂਟ ਐਸਪੈਕਟ ਹੈ। ਉਹ ਕੋਚਿਸ ਨੂੰ ਉਹਨਾਂ ਦੇ ਟ੍ਰੇਨੀ ਦੀ ਰੀਅਲ ਪੋਜੀਸ਼ਨ ਅਤੇ ਉਹਨਾਂ ਨੂੰ ਕੰਮ ਕਰਨ ਲਈ ਕਿੰਨਾ ਕੁ ਜਾਣਨਾ ਚਾਹੀਦਾ ਹੈ ਇਸ ਵਿੱਚ ਹੈਲਪ ਕਰਦਾ ਹੈ। ਟ੍ਰੇਨਿੰਗ ਦੀ ਇਫੈਕਟਿਵਨੈਸ ਕਨਫਰਮ ਟੈਸਟ ਐਂਡ ਮੇਜਰਮੈਂਟ ਤੋਂ ਕੀਤੀ ਜਾ ਸਕਦੀ ਹੈ। ਇਹ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਵਰਕਲੋਡ ਵਧਾਇਆ ਜਾਵੇ ਜਾਂ ਘਟਾਇਆ ਜਾਵੇ ਜਾਂ ਇਸ ਵਰਕਲੋਡ ਨੂੰ ਕੰਟੀਨਿਊ ਕੀਤਾ ਜਾਵੇ। ਨੰਬਰ ਫਸਟ ਹੈਗਾ ਜੀ ਟੈਲੈਂਟ ਆਈਡੈਂਟੀਫਿਕੇਸ਼ਨ। ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਮੁੱਖ ਤੌਰ 'ਤੇ ਕਿਸੇ ਵਿਅਕਤੀ ਨੂੰ ਉਸ ਦੀਆਂ ਬੇਸਿਕ ਸਟਰੈਂਥ ਐਂਡ ਵੀਕਨੈਸ ਬਾਰੇ ਆਈਡੀਆ ਪ੍ਰੋਵਾਈਡ ਕਰਨ ਲਈ ਵਰਤੇ ਜਾਂਦੇ ਹਨ ਅਤੇ ਇਸ ਤੋਂ ਉਹਨਾਂ ਦੀ ਸਪੋਰਟ ਮਿਲ ਸਕਦੀ ਹੈ ਜਿਸ ਦੇ ਲਈ ਬੈਟਰ ਸੂਟਡ ਹੋਵੇ ਅਤੇ ਜਿੱਥੇ ਉਹ ਬੈਟਰ ਯੂਜ਼ ਕਰ ਸਕਦੇ ਹਾਂ ਉਸ ਦੀ ਸਟਰੈਂਥ ਨੂੰ। ਸੈਕਿੰਡ ਪੁਆਇੰਟ ਹੈਗਾ ਜੀ ਸਿਲੈਕਟਡ ਆਫ ਐਥਲੀਟਸ। ਇੱਕ ਸਪੋਰਟਸ ਦੀਆਂ ਡਿਫਰੈਂਟ ਕੈਟੇਗਰੀ ਵਿੱਚ ਕੰਪੀਟ ਕਰਨ ਲਈ ਰਿਕੁਆਇਰਡ ਫਿਜ਼ੀਕਲ ਡਿਮਾਂਡਸ ਵਿੱਚ ਇੱਕ ਵੱਡਾ ਡਿਫਰੈਂਸ ਹੁੰਦਾ ਹੈ। ਐਥਲੀਟ ਨੂੰ ਵੱਖ-ਵੱਖ ਕੈਟੇਗਰੀ ਔਰ ਗਰੁੱਪ ਵਿੱਚ ਕਲਾਸੀਫਾਈ ਕਰਨ ਲਈ ਐਕਸਪਰਟ ਨੂੰ ਐਥਲੀਟ ਦੀ ਪਰਫਾਰਮੈਂਸ ਅਤੇ ਕਪੈਸਿਟੀ ਦਾ ਟੈਸਟ ਮੇਜਰਮੈਂਟ ਐਂਡ ਐਵੋਲਿਊਟ ਕਰਨਾ ਲਾਜ਼ਮੀ ਹੈ। ਤਾਂ ਹੀ ਐਥਲੀਟ ਨੂੰ ਸੂਟੇਬਲ ਕੈਟੇਗਰੀ ਲਈ ਸਿਲੈਕਟ ਕੀਤਾ ਜਾ ਸਕਦਾ ਹੈ। ਨੰਬਰ ਥਰਡ ਆਇਡੈਂਟੀਫਾਈ ਵੀਕਨੈਸ ਐਂਡ ਸਟਰੈਂਥ। ਟੈਸਟ ਮੇਜਰਮੈਂਟ ਐਵੋਲਿਊਟ ਦੇ ਬਹੁਤ ਸਾਰੇ ਬੈਨੀਫਿਟ ਵਿੱਚੋਂ ਐਥਲੀਟ ਦੀਆਂ ਸਟਰੈਂਥ ਐਂਡ ਵੀਕਨੈਸ ਨੂੰ ਐਸਟੈਬਲਿਸ਼ ਕਰਨਾ ਹੈ। ਇਹ ਟੈਸਟ ਦੇ ਰਿਜ਼ਲਟ ਕੰਪੇਅਰ ਵਿੱਚੋਂ ਇੱਕ ਟ੍ਰੇਨਿੰਗ ਗਰੁੱਪ ਵਿੱਚ ਦੂਜੇ ਐਥਲੀਟ ਨਾਲ ਕੀਤੀ ਜਾਂਦੀ ਹੈ। ਸਪੋਰਟਸ ਔਰ ਸਿਮਿਲਰ ਪਾਪੂਲੇਸ਼ਨ ਗਰੁੱਪ ਵਿੱਚ ਆਪਣੀ ਸਪੋਰਟ ਦੇ ਸਕਸੈਸਫੁਲ ਐਥਲੀਟ ਨਾਲ ਰਿਜ਼ਲਟ ਨੂੰ ਕੰਪੇਅਰ ਕਰਦਿਆਂ ਕੀਤਾ ਜਾਂਦਾ ਹੈ। ਤੁਸੀਂ ਇਹ ਏਰੀਆ ਦੇਖ ਸਕਦੇ ਹੋ ਜਿਨ੍ਹਾਂ ਨੂੰ ਇੰਪਰੂਵਮੈਂਟ ਦੀ ਜ਼ਰੂਰਤ ਹੈ ਅਤੇ ਟ੍ਰੇਨਿੰਗ ਪ੍ਰੋਗਰਾਮ ਨੂੰ ਉਸ ਅਕੋਰਡਿੰਗ ਮੋਡੀਫਾਈ ਕੀਤਾ ਜਾ ਸਕਦਾ ਹੈ। ਇਸ ਵੈਲਿਊਏਬਲ ਟ੍ਰੇਨਿੰਗ ਦਾ ਇੰਪੋਰਟੈਂਟ ਟਾਈਮ ਵਧੇਰੇ ਐਫੀਸ਼ੀਐਂਟਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਨੰਬਰ 4 ਮੋਨੀਟਰ ਪ੍ਰੋਗਰੈਸ। ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਐਥਲੀਟ ਨੂੰ ਪ੍ਰੋਗਰਾਮ ਦੇ ਸ਼ੁਰੂ ਵਿੱਚ ਉਸ ਦੀ ਪਰਫਾਰਮੈਂਸ ਦਾ ਆਈਡੀਆ ਦੇ ਸਕਦਾ ਹੈ ਤਾਂ ਜੋ ਫਿਊਚਰ ਵਿੱਚ ਟੈਸਟਿੰਗ ਨੂੰ ਕੰਪੇਅਰ ਕੀਤਾ ਜਾ ਸਕੇ ਅਤੇ ਕੋਈ ਚੇਂਜਿਸ ਨੋਟ ਕੀਤੀ ਜਾ ਸਕੇ। ਰੈਗੂਲਰ ਇੰਟਰਵਲ 'ਤੇ ਟੈਸਟ ਰਿਪੀਟਿੰਗ ਨਾਲ ਐਥਲੀਟ ਦਾ ਆਈਡੀਆ ਪ੍ਰਾਪਤ ਕਰ ਸਕਦੇ ਹੈ। ਟ੍ਰੇਨਿੰਗ ਪ੍ਰੋਗਰਾਮ ਦੀ ਇਫੈਕਟਿਵਨੈਸ ਦੇ ਨਾਲ ਟੈਸਟ ਦੇ ਵਿਚਕਾਰ ਟਾਈਮ ਫਰੇਮ ਦੀ ਅਵੇਲੇਬਿਲਿਟੀ ਕਾਸਟ ਇਨਵੋਲਵਡ ਔਰ ਐਥਲੀਟ ਨੂੰ ਟ੍ਰੇਨਿੰਗ ਦੇ ਫੇਸ 'ਤੇ ਡਿਪੈਂਡ ਕਰ ਸਕਦਾ ਹੈ। ਨੰਬਰ 5 ਗੋਲ ਸੈਟਿੰਗ। ਖਾਸ ਅਤੇ ਮੇਜਰੇਬਲ ਗੋਲਸ ਦਾ ਮਾਡਰਨ ਡੇ ਐਥਲੀਟ ਨੂੰ ਸਪੋਰਟਸ ਪ੍ਰਤੀ ਅਪਰੋਚ ਦਾ ਫੰਡਾਮੈਂਟਲ ਪਾਰਟ ਹੈ। ਇਹ ਕਹਿਣਾ ਕਾਫੀ ਨਹੀਂ ਹੈ ਕਿ ਮੈਂ ਫਿੱਟ ਹੋਣਾ ਚਾਹੁੰਦਾ ਹਾਂ। ਇਹ ਵੀ ਕਹਿਣਾ ਕਾਫੀ ਨਹੀਂ ਹੈ ਕਿ ਮੈਂ 40 ਯਾਰਡ ਤੋਂ ਫਾਸਟਰ ਹੋਣਾ ਚਾਹੁੰਦਾ ਹਾਂ। ਇੱਕ ਹੋਰ ਉਚਿਤ ਟਾਰਗੇਟ ਮੇਰੇ 40 ਯਾਰਡ ਸਪ੍ਰਿੰਟ ਦੇ ਸਮੇਂ ਪ੍ਰੀ ਸੈਸ਼ਨ ਦੇ ਅੰਤ ਤੱਕ 0.4 ਸੈਕਿੰਡ ਘਟਾਉਣਾ ਹੋਵੇਗਾ। ਬੇਸ਼ੱਕ ਇਹ ਸਿਰਫ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਕੋਈ ਜਾਣਦਾ ਹੈ ਕਿ ਉਹ ਕਦੋਂ ਸ਼ੁਰੂ ਕਰ ਰਿਹਾ ਹੈ। ਇਸ ਤਰ੍ਹਾਂ ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਇੱਕ ਐਥਲੀਟ ਨੂੰ ਆਪਣੇ ਗੋਲ ਸੈਟਿੰਗ ਕਰਨ ਵਿੱਚ ਹੈਲਪ ਕਰਦਾ ਹੈ। ਨੰਬਰ 6 ਮੋਟੀਵੇਸ਼ਨ। ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਨੂੰ ਮੋਟੀਵੇਟ ਕਰਨ ਲਈ ਇੱਕ ਟੂਲ ਵਜੋਂ ਕੰਮ ਕਰਦਾ ਹੈ। ਇਸ ਦੀ ਫਿਜ਼ੀਕਲ ਫਿਟਨੈਸ ਇੰਪਰੂਵ ਕਰਨ ਲਈ ਵਿਅਕਤੀ ਨੂੰ ਮੋਟੀਵੇਟ ਕਰਨਾ ਇੰਪੋਰਟੈਂਟ ਹੈ। ਬੈਸਟ ਰਿਜ਼ਲਟ ਅਚੀਵ ਕਰਨ ਲਈ ਮੋਟੀਵੇਸ਼ਨ ਹੋਰ ਇੰਪਰੂਵਮੈਂਟ ਵਿੱਚ ਹੈਲਪ ਕਰ ਸਕਦਾ ਹੈ। ਨੰਬਰ 7 ਇਫੈਕਟਿਵ ਪਲੈਨਿੰਗ। ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਇਫੈਕਟਿਵ ਪਲਾਨ ਤਿਆਰ ਕਰਨ ਵਿੱਚ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਟੀਚਿੰਗ ਔਰ ਕੋਚਿੰਗ ਦੇ ਮੈਥਡ ਨੂੰ ਟੈਸਟ ਐਂਡ ਮੇਜਰਮੈਂਟ ਦੇ ਬੇਸਿਸ 'ਤੇ ਬਦਲਿਆ ਜਾ ਸਕਦਾ ਹੈ। ਪਾਰਟੀਸਪੈਂਟ ਨੂੰ ਮੇਜਰਮੈਂਟ ਦੀ ਹੈਲਪ ਨਾਲ ਪ੍ਰੋਪਰ ਵੇ ਨਾਲ ਗਾਈਡ ਕੀਤਾ ਜਾ ਸਕਦਾ ਹੈ। ਨੰਬਰ 8 ਆਇਡੈਂਟੀਫਾਈਂਗ ਪੋਟੈਂਸ਼ੀਅਲ। ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਦੀ ਹੈਲਪ ਨਾਲ ਟੀਚਰ ਅਤੇ ਕੋਚ
ਪਾਰਟੀਸਪੈਂਟ ਦਾ ਪੋਟੈਂਸ਼ੀਅਲ ਬਾਰੇ ਜਾਣ ਸਕਦੇ ਹਨ, ਜੋ ਆਖਰਕਾਰ ਇੰਡੀਵਿਜੂਅਲ ਤੌਰ 'ਤੇ ਜ਼ਰੂਰਤ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਪ੍ਰੋਗਰਾਮ ਦੀ ਪ੍ਰੈਪਰੇਸ਼ਨ ਵਿੱਚ ਹੈਲਪ ਕਰਦੇ ਹਨ। ਨੰਬਰ 9 ਟ੍ਰੇਨਿੰਗ ਮੈਥਡ ਟੈਸਟ measurement and evaluation teachers and physical education coaches ਨੂੰ ਡਿਫਰੈਂਟ ਗਰੁੱਪ ਔਰ ਕੈਟੇਗਰੀ ਲਈ ਸੂਟੇਬਲ ਟ੍ਰੇਨਿੰਗ ਮੈਥਡ ਦੀ ਤੁਲਨਾ ਕਰਨ ਯੋਗ ਬਣਾਉਂਦੇ ਹਨ। ਨੰਬਰ 10 ਰਿਸਰਚ ਐਂਡ ਐਕਸਪੈਰੀਮੈਂਟ ਟੈਸਟ ਮੇਜਰਮੈਂਟ ਐਂਡ ਐਵੋਲਿਊਸ਼ਨ ਫਿਜ਼ੀਕਲ ਐਜੂਕੇਸ਼ਨ ਦੇ ਫੀਲਡ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਲਈ ਇੰਪੋਰਟੈਂਟ ਟੂਲ ਹਨ। ਟੈਸਟ ਐਂਡ ਮੇਜਰਮੈਂਟ ਮੌਜੂਦਾ ਨੌਲੇਜ ਵਿੱਚ ਮਿਸਿੰਗ ਪੁਆਇੰਟ ਨੂੰ ਡਿਸਕਵਰ ਕਰਨ ਵਿੱਚ ਹੈਲਪ ਕਰਦੇ ਹਨ। 7.3 ਕੈਲਕੂਲੇਟਿੰਗ ਆਫ BMI ਐਂਡ ਵੇਸਟ ਹਿਪ ਰੇਸ਼ੋ। ਹੁਣ BMI ਕੀ ਹੁੰਦਾ? ਬੋਡੀ ਮਾਸ ਇੰਡੈਕਸ ਕਹਿ ਦਿੰਦੇ ਆ। BMI ਬੋਡੀ ਫੈਟ ਦਾ ਇੱਕ ਮੇਜਰ ਹੈ ਜੋ ਵੇਟ ਐਂਡ ਹਾਈਟ ਦੇ ਬੇਸਿਸ 'ਤੇ ਕੈਲਕੂਲੇਟ ਕੀਤਾ ਜਾ ਸਕਦਾ ਹੈ। ਇਹ ਮੈਥਡ ਅਡਲਟ ਮੈਨ ਐਂਡ ਵੂਮਨ ਦੋਵਾਂ 'ਤੇ ਅਪਲਾਈ ਹੁੰਦਾ ਹੈ। BMI ਇੱਕ ਵਿਅਕਤੀ ਨੂੰ ਇਹ ਜਾਣਨ ਵਿੱਚ ਹੈਲਪ ਕਰਦਾ ਹੈ ਕਿ ਉਹ ਅੰਡਰਵੇਟ ਹੈ, ਓਵਰਵੇਟ ਹੈ ਜਾਂ ਨਾਰਮਲ ਵੇਟ ਹੈ। ਇਹ ਵੇਟ ਗੇਨ ਐਂਡ ਲੂਜ਼ ਬਾਰੇ ਸੋਚ ਸਕਦਾ ਹੈ। ਬੈਲਜੀਅਨ ਪੋਲੀਮੈਥ ਆਲਡਫ ਕੈਵਲੇਟ ਨੇ BMI ਦਾ ਫਾਰਮੂਲਾ ਡਿਵੈਲਪ ਕੀਤਾ। ਇਹ ਕਿਊਟੇਲੇਟ ਵਜੋਂ ਜਾਣਿਆ ਜਾਂਦਾ ਹੈ। BMI ਕੈਲਕੂਲੇਟ ਕੀਤਾ ਜਾਂਦਾ ਹੈ ਵੇਟ ਇਨ ਕੇਜੀਜ਼ ਐਂਡ ਹਾਈਟ ਇਨ ਮੀਟਰ ਸਕੁਏਅਰ ਦੁਆਰਾ। ਹੁਣ BMI ਦਾ ਫਾਰਮੂਲਾ ਹੁੰਦਾ ਜੀ BMI ਇਜ਼ ਇਕੁਅਲ ਟੂ ਵੇਟ ਅਪੋਨ ਹਾਈਟ ਦਾ ਮੀਟਰ ਸਕੁਏਅਰ। ਹੁਣ ਤੁਸੀਂ ਕੀ ਕਰਨਾ? BMI ਕੀ ਬੋਡੀ ਮਾਸ ਇੰਡੈਕਸ ਹੁੰਦਾ ਬੇਟਾ, ਜਿਹਦੇ ਵਿੱਚ ਆਪਾਂ ਆਪਣਾ ਬੋਡੀ ਮਾਸ ਵੇਖਦੇ ਹਾਂ ਆਪਣੇ 'ਤੇ ਫੈਟ ਕਿੰਨੀ ਆ। ਉਹਦੇ ਵਾਸਤੇ ਤੁਸੀਂ ਕੀ ਕਰਨਾ? ਜਿਵੇਂ ਫੋਰ ਐਗਜ਼ਾਮਪਲ ਤੁਸੀਂ ਆਪਣੇ ਆਪ 'ਤੇ ਕਰ ਸਕਦੇ ਆ। ਤੁਸੀਂ ਆਪਣਾ ਵੇਟ ਲਾਓ ਕੇਜੀ 'ਚ ਕਿੰਨਾ ਵਾ, ਜਿਵੇਂ ਮੰਨ ਲਓ 80 ਆ ਗਿਆ ਤੁਹਾਡਾ ਵੇਟ। ਆਪਣੀ ਹਾਈਟ ਇਹਨੂੰ ਮੀਟਰਾਂ 'ਚ ਕਰੋ, ਕਿੰਨੇ ਮੀਟਰਾਂ 'ਚ ਆਉਂਦੀ ਹੈ, ਠੀਕ ਹੈ। ਉਹਨੂੰ ਤੁਸੀਂ ਜਦੋਂ ਆਪਣੇ ਮੋਬਾਈਲ 'ਤੇ ਤੁਸੀਂ ਕੈਲਕੂਲੇਟ ਕਰਿਓ ਜੇ BMI ਕੈਲਕੂਲੇਟਰ ਇੱਕ ਸਰਚ ਕਰਿਓ ਜੇ, ਉਹ ਨਿਕਲ ਆਊਗਾ। ਉਹਦੇ 'ਤੇ ਆਪਣਾ ਭਰ ਕੇ ਦੇਖੋ ਜੀ BMI। ਹੁਣ BMI ਦੀਆਂ ਕੈਟੇਗਰੀਜ਼ ਹੁੰਦੀਆਂ। ਜੇ BMI 18.5 ਤੋਂ ਥੱਲੇ ਆ ਤਾਂ ਉਹ ਅੰਡਰਵੇਟ ਆ, ਉਹ ਫਿੱਟ ਨਹੀਂ ਹੈਗਾ। ਜੇਕਰ 18.5 ਤੋਂ 24.9 ਤੱਕ ਆ ਜਾਂਦਾ ਤਾਂ ਤੁਸੀਂ ਬਿਲਕੁਲ ਫਿੱਟ ਹੋ। ਜੇਕਰ ਤੁਸੀਂ 25 ਤੋਂ 29.9 ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਓਵਰਵੇਟ ਹੋ। ਜੇ 30 ਤੋਂ ਉੱਪਰ ਆ ਜਾਂਦੇ ਹੋ ਤਾਂ ਤੁਸੀਂ ਮੋਟਾਪੇ ਵੱਲ ਜਾ ਰਹੇ ਹੋ, ਤੁਸੀਂ ਮੋਟੇ ਹੋ। BMI ਦਾ ਫਾਰਮੂਲਾ ਫਿਰ ਦੁਬਾਰਾ ਦੱਸ ਦਿੰਦਾ, ਵੇਟ ਅਪੋਨ ਹਾਈਟ ਮੀਟਰ ਦਾ ਸਕੁਏਅਰ।